हाउ आर यू वेलकम टू योर बॉटनी लैक्चर। बेटा ਆਪਾਂ ਸਟਾਰਟ ਕੀਤਾ ਸੀ ਫੋਸਿਲਸ ਤੇ ਉਹਦੇ ਵਿੱਚ ਲਾਸਟ ਟੌਪਿਕ ਰਹਿ ਗਿਆ ਸੀ ਸਾਡਾ ਜਿਓਲੋਜੀਕਲ ਟਾਈਮ ਸਕੇਲ। ਬੇਟਾ ਜਿਓਲੋਜੀਕਲ ਟਾਈਮ ਸਕੇਲ ਕੀ ਹੁੰਦਾ ਆ ਕਿ ਜਿਵੇਂ ਜਦੋਂ ਤੋਂ ਅਰਥ ਓਰੀਜਿਨੇਟ ਹੋਈ ਆ ਅੱਜ ਤੱਕ ਪ੍ਰੈਜ਼ੈਂਟ ਡੇ ਤੱਕ ਜਿੰਨੇ ਵੀ ਈਵੈਂਟਸ ਹੋਈਆਂ ਹਿਸਟਰੀ ਹੋਈਆਂ ਸਾਰਿਆਂ ਨੂੰ ਕਿਸੇ ਨਾ ਕਿਸੇ डिवीज़न च या ड्यूरेशन ऑफ टाइम च वंडिया आ जिहनूं कंबाइन करके एक टैबूलेटेड फॉर्म च रिप्रजेंट किया है जिहनूं असीं कहने आ जियोलॉजिकल टाइम टेबल या फिर जियोलॉजिकल टाइम स्केल। हुण रॉक्स जिहड़े आ रॉक्स भी इन्हां नूं भी पर्टिकुलर पीरीयड या पर्टिकुलर टाइम पर्टिकुलर ड्यूरेशन दे अकॉर्डिंग जिहनूं असीं क्रोनोलॉजिकल ऑर्डर कहने आ ਉਹਨਾਂ ਨੂੰ ਵੀ ਕੈਟੇਗਰਾਈਜ਼ ਕੀਤਾ ਆ ਅਤੇ ਉਹਨਾਂ ਨੂੰ ਰੱਖਿਆ ਜਿਓਲੋਜੀਕਲ ਕਾਲਮਸ ਔਰ ਇਹ ਸਾਰੀਆਂ ਚੀਜ਼ਾਂ ਜਿਓਲੋਜੀਕਲ ਟਾਈਮ ਸਕੇਲ 'ਚ ਹੀ ਆਉਂਦੀਆਂ। ਫੋਰ ਐਗਜ਼ਾਮਪਲ ਈਓਨਸ ਸਭ ਤੋਂ ਵੱਡਾ ਜਿਹੜਾ ਪੂਰੀ ਲਾਈਫ ਹਿਸਟਰੀ ਆ ਅੱਜ ਤੱਕ ਦੀ ਫਰੋਮ ਦਾ ਬਿਗਨਿੰਗ ਆਫ ਦਾ ਅਰਥ ਟੂ ਟੂਡੇ ਉਹਨਾਂ ਸਾਰਿਆਂ ਨੂੰ ਸਭ ਤੋਂ ਵੱਡੇ ਯੂਨਿਟ 'ਚ ਵੰਡਿਆ ਜਿਹੜੇ ਈਓਨਸ। फिर ईओनस नूं थोड़ी छोटी कैटेगरीज च वंडता ईरा नूं होर छोटे साडे कन्वीनियंसी लई होर छोटे ड्यूरेशन च वंडता जिहनूं कहंदे आ पीरीयड और पीरीयड नूं होर छोटी ड्यूरेशन च वंडता जिहनूं कहंदे आ इपोक। फिर बेटा नैक्सट हैगा आ साडा एक एक लाइन च आपां इन्हां नूं डिफाइन कर लईए कि ईओनस की आ इनडेफिनेटली लॉन्ग पीरीयड ऑफ टाइम मतलब लंबा समा। मैं हुणे ही दस्सिया सी सब तो लार्जेस्ट डिवीज़न आ ਇਹਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਈਰਾਸ ਇਨਕਲੂਡ ਕੀਤੇ ਜਾਂਦੇ ਆ। ਫਿਰ ਨੈਕਸਟ ਹੈਗਾ ਈਰਾ। ਇਹ ਪੀਰੀਅਡ ਆਫ ਟਾਈਮ ਆ ਪਹਿਲਾਂ ਹੀ ਮੈਂ ਦੱਸਿਆ ਕਿ ਡਿਊਰੇਸ਼ਨ ਆਫ ਟਾਈਮ ਆ ਹਿਸਟਰੀ ਦੇ ਈਵੈਂਟਸ ਦਾ ਡਿਊਰੇਸ਼ਨ ਆਫ ਟਾਈਮ ਆ ਜਿਹਦੇ ਵਿੱਚ ਡਿਸਟਿੰਕਟਿਵ ਕਰੈਕਟਰਸ ਈਵੈਂਟਸ ਜਿੰਨੀਆਂ ਵੀ ਅੱਜ ਤੱਕ ਧਰਤੀ 'ਤੇ ਹੋਈਆਂ ਆ ਉਹ ਰੱਖੀਆਂ ਗਈਆਂ ਆ। ਫਿਰ ਹੈਗਾ ਆ ਪੀਰੀਅਡ ਜਿਹੜਾ ਆ ਬੇਟਾ ਬੇਸਿਕ ਯੂਨਿਟ ਆ ਜਿਓਲੋਜੀਕਲ ਟਾਈਮ ਸਕੇਲ। ਸਾਡੇ ਲਈ ਪੀਰੀਅਡਸ ਤੋਂ ਆਈਡੈਂਟੀਫਾਈ ਕਰਨਾ ਈਜ਼ੀ ਹੁੰਦਾ ਆ ਸਾਡੇ ਕਨਵੀਨੀਅੰਸੀ ਲਈ ਪੀਰੀਅਡਸ ਬਣਾਏ ਆ। ਜਿੱਦਾਂ ਅਸੀਂ ਫੱਟ ਦੇਣੀ ਕਹਿ ਦਈਦਾ ਆ ਕਿ ਪਲਿਸਟੋਸੀਨ ਪੀਰੀਅਡ ਹੈ ਨਾ। ਫਿਰ ਇਪੋਕ ਇਹ ਪੀਰੀਅਡ ਆਫ ਟਾਈਮ ਆ ਜਿਹਦੇ ਵਿੱਚ ਕੋਈ ਸਪੈਸ਼ਲ ਈਵੈਂਟਸ ਹੋਈਆਂ ਜਿਵੇਂ ਡਾਇਨਾਸੌਰ ਆਏ ਆ। ਡਾਇਨਾਸੌਰ ਤੋਂ ਆਪਾਂ ਨੂੰ ਫੱਟ ਦੇਣੀ ਪਤਾ ਲੱਗ ਜਾਂਦਾ ਹੈ ਜੁਰਾਸਿਕ ਪਾਰਕ ਮੂਵੀ ਬਣੀ ਸੀਗੀ ਕਿ ਜੁਰਾਸਿਕ ਪੀਰੀਅਡ 'ਚ ਇਹ ਆਏ ਸੀਗੇ ਡਾਇਨਾਸੌਰ ਤਾਂ ਇੱਕ ਸਪੈਸ਼ਲ ਹਿਸਟਰੀ ਜਾਂ ਈਵੈਂਟ ਹੋ ਗਈ। ਇਹਨਾਂ ਦੀ ਡਿਊਰੇਸ਼ਨ ਲੈਸਰ ਦੈਨ ਪੀਰੀਅਡ ਹੁੰਦੀ ਹੈ। ਤਾਂ ਮੈਂ ਪਹਿਲਾਂ ਹੀ ਦੱਸਿਆ ਜਿਵੇਂ ਤੁਸੀਂ ਹੁਣ ਕਲਾਸੀਫਿਕੇਸ਼ਨ ਪੜ੍ਹਦੇ ਹੋ ਤਾਂ ਕਿੰਗਡਮ ਫਿਰ ਫਾਈਲਮ ਫਿਰ ਤੁਹਾਡਾ ਕਲਾਸ ਆਰਡਰ ਫੈਮਲੀ ਦੈਨ ਜੀਨਸ ਸਪੀਸ਼ੀਸ ਇੱਦਾਂ ਇਹ ਸਭ ਤੋਂ ਵੱਡੀ ਯੂਨਿਟ ਆ ਇਹ ਸਭ ਤੋਂ ਛੋਟੀ ਯੂਨਿਟ ਆ। ਤਾਂ ਇੱਥੇ ਈਓਨਸ ਸਭ ਤੋਂ ਲੰਬਾ ਟਾਈਮ ਪੀਰੀਅਡ ਉਸ ਤੋਂ ਘੱਟ ਫਿਰ ਹੈਗਾ ਆ ਈਰਾਸ ਉਸ ਤੋਂ ਘੱਟ ਪੀਰੀਅਡ ਉਸ ਤੋਂ ਘੱਟ ਇਪੋਕਸ। ਅਤੇ ਇਹ ਇਸ ਤੋਂ ਬਾਅਦ 'ਚ ਬੇਟਾ ਆਪਾਂ ਪੜ੍ਹਾਂਗੇ ਵੈਰੀ ਫਨੀ ਵੇ ਨਾਲ ਆਪਾਂ ਜਿਓਲੋਜੀਕਲ ਟਾਈਮ ਸਕੇਲ ਜਿਹੜਾ ਆ ਉਹ ਲਰਨ ਕਰਦੇ ਹਾਂ। ਫਨੀ ਵੇ ਨਾਲ ਲਰਨ ਕਰਨ ਦਾ ਤਰੀਕਾ ਜਿਓਲੋਜੀਕਲ ਟਾਈਮ ਸਕੇਲ ਨੂੰ ਹੈਗਾ ਆ ਤਾਂ 3 ਅੰਗਰੇਜ਼ੀ ਦੇ ਸੈਂਟੈਂਸਸ ਆਪਾਂ ਯਾਦ ਰੱਖਣੇ ਆ। 3 ਇੰਗਲਿਸ਼ ਸੈਂਟੈਂਸਸ ਕਿਹੜੇ ਕਿਹੜੇ ਆ ਇੱਕ ਹੈਗਾ ਆ ਫਸਟ ਇਜ਼ ਪ੍ਰੈਸ ਦਾ ਪੇਲ ਬੀਡਸ ਟੂ ਮੈਸੇਜ ਦਾ ਸੈਂਟਰ ਮਤਲਬ ਆਪਾਂ ਸੈਂਟਰ ਦੇ ਸ਼ਰਟ ਦੇ ਸੈਂਟਰ ਦੇ ਵਿੱਚ ਹੋਲ ਕਰਕੇ ਬਟਨ ਲਗਾਈਦਾ ਉੱਥੋਂ ਅਸੀਂ ਇੱਕ ਸੈਂਟੈਂਸ ਬਣਾਇਆ ਆ ਪ੍ਰੈਸ ਦਾ ਪੇਲ ਬੀਡਸ ਟੂ ਮੈਸੇਜ ਦਾ ਸੈਂਟਰ। ਹੁਣ ਇਹਦੇ ਤੋਂ ਹੀ ਆਪਾਂ ਯਾਦ ਰੱਖ ਲੈਣਾ ਆ
P for press, P for ਪ੍ਰੈਸ ਤੋਂ ਪ੍ਰੀ ਕੈਂਬਰੀਅਨ ਮਤਲਬ ਸਭ ਤੋਂ ਪਹਿਲਾਂ ਜਦੋਂ ਲਾਈਫ ਓਰੀਜੀਨੇਟ ਹੋਈ ਸੀਗੀ ਅਰਲੀ ਲਾਈਫ। ਫਿਰ ਪੇਲ ਤੋਂ ਪੈਲੀਓਜ਼ੋਇਕ ਈਰਾ ਆਫ ਏਂਸ਼ੀਅੰਟ ਲਾਈਫ, ਪੁਰਾਣੀ ਲਾਈਫ। ਫਿਰ ਮੇਸੋਜੋਇਕ ਏਜ ਆਫ ਰੈਪਟਾਈਲਸ, ਇਸ ਵੇਲੇ ਰੈਪਟਾਈਲ ਸੱਪ ਸੁੱਪ ਨੇ ਜਨਮ ਲਿਆ, ਜਿਮਨੋਸਪਰਮਸ ਨੇ ਜਨਮ ਲਿਆ। ਅਤੇ ਦੈਨ ਇੱਧਰ ਤੁਸੀਂ ਸੈਨ ਤੋਂ ਸੀਨੋਜ਼ੋਇਕ, ਇਹਦੇ ਵਿੱਚ ਏਜ ਹੈਗੀ ਆ, ਇਹ ਮੈਮਲਸ ਨੇ ਜਨਮ ਲਿਆ, ਐਂਜੀਓਸਪਰਮਸ ਨੇ ਜਨਮ ਲਿਆ। ਫਿਰ ਬੇਟਾ ਸੈਕਿੰਡ ਜਿਹੜੀ ਹੈਗੀ ਆ, ਸੈਕਿੰਡ ਸੈਂਟੈਂਸ ਜਿਹੜਾ ਅਸੀਂ ਯਾਦ ਰੱਖਣਾ ਆ, ਫਨੀ ਸੈਂਟੈਂਸ ਆ। ਕੈਮਲ ਆਫਨ ਸਿਟ ਡਾਊਨ ਕੇਅਰਫੁਲੀ ਪਰਹੈਪਸ ਦੇਅਰ ਜੁਆਇੰਟਸ ਕ੍ਰੀਕ, ਮਤਲਬ ਕੈਮਲ ਜਿਹੜਾ ਆ ਉਹ ਕੇਅਰਫੁਲੀ ਬੈਠਦਾ ਆ ਕਿਉਂਕਿ ਉਹਨੂੰ ਬੜੇ ਆਪਣੇ ਪੈਰ ਜਿਹੜੇ ਆ ਫੋਲਡ ਕਰਨੇ ਪੈਂਦੇ ਆ ਕਿਉਂਕਿ ਉਹ ਲੰਬਾ ਉੱਚਾ ਹੁੰਦਾ ਆ। ਮੈਂ ਕੈਮਲ ਦੀ ਫੋਟੋ ਲਗਾਈ ਸੀਗੀ ਬਟ ਐਨੀ ਹਾਓ ਇੱਥੇ ਐਡਜਸਟਮੈਂਟ ਨਹੀਂ ਹੋਈ, ਤਾਂ ਤੁਸੀਂ ਬੈਠੇ ਹੋਏ ਕੈਮਲ ਦੀ ਸਾਰਿਆਂ ਨੇ ਦੇਖੀ ਆ, ਚੰਡੀਗੜ੍ਹ ਗਏ ਸੁਖਨਾ ਲੇਕ 'ਤੇ ਤਾਂ ਦੇਖੀ ਹੋਈ ਆ। ਬਸ ਆਹ ਸੈਂਟੈਂਸ ਤੁਸੀਂ ਯਾਦ ਰੱਖਣਾ ਆ, ਇਹਦੇ ਤੋਂ ਹੀ ਤੁਸੀਂ ਸਾਰੇ ਪੀਰੀਅਡਸ ਦੇ ਨਾਮ ਜਿਹੜੇ ਯਾਦ ਰੱਖ ਲੈਣੇ। C for camel, C for Cambrian, O for orphan, Ordovician, ਇਸ ਵੇਲੇ ਇਨਵਰਟੀਬ੍ਰੇਟਸ ਨੇ ਜਨਮ ਲਿਆ ਸੀਗਾ। ਦੈਨ ਫਿਰ ਤੁਹਾਡਾ ਹੈਗਾ ਆ ਸਿਟ ਤਾਂ ਸਿਲੂਰੀਅਨ, ਡਾਊਨ ਡਿਵੋਨੀਅਨ, ਇਸ ਵੇਲੇ ਫਿਸ਼ਸ ਨੇ ਜਨਮ ਲਿਆ ਸੀਗਾ, ਫਰਨਸ ਨੇ ਜਨਮ ਲਿਆ ਸੀਗਾ, ਬਹੁਤ ਜ਼ਿਆਦਾ ਸੀਗੇ। ਕੇਅਰਫੁਲੀ ਕਾਰਬੋਨੀਫੇਰਸ ਪੀਰੀਅਡ, ਐਮਫੀਬੀਅਨਸ ਨੇ ਅਤੇ ਫਸਟ ਸੀਡ ਪਲਾਂਟਸ ਇਸ ਵੇਲੇ ਪੈਦਾ ਹੋਏ ਸੀਗੇ। ਦੈਨ ਪਰਹੈਪਸ ਤੁਹਾਡਾ ਹੈਗਾ ਆ ਪਰਮੀਅਨ, ਓਰੀਜਨ ਆਫ ਕੋਨੀਫਰਸ। ਦੈਨ ਇੱਧਰ ਦੇਅਰ ਟ੍ਰਾਇਸਿਕ। ਦੈਨ ਫਿਰ ਜੁਆਇੰਟਸ ਤਾਂ ਜੁਰਾਸਿਕ ਵੇਲੇ ਤੁਹਾਨੂੰ ਪਤਾ ਹੀ ਆ ਡਾਇਨਾਸੌਰਸ ਹੋਏ ਸੀ, ਰੈਪਟਾਈਲਸ ਹੋਏ ਸੀਗੇ। ਡੋਮੀਨੈਂਸ ਆਫ ਜਿਮਨੋਸਪਰਮਸ, ਪੂਰੀ ਤਰ੍ਹਾਂ ਜਿਮਨੋਸਪਰਮ ਸਾਰੇ ਹੀ ਪੈਦਾ ਹੋ ਚੁੱਕੇ ਸੀਗੇ। ਦੈਨ ਕ੍ਰਿਸਟੇਸ਼ੀਅਸ, ਡੋਮੀਨੈਂਸ ਆਫ ਫਲਾਵਰਿੰਗ ਪਲਾਂਟਸ, ਐਂਜੀਓਸਪਰਮਸ ਇਸ ਵੇਲੇ ਆਏ ਸੀ। ਤਾਂ ਇੱਥੋਂ ਹੀ ਆਲਮੋਸਟ ਤੁਹਾਨੂੰ ਵੈਜੀਟੇਸ਼ਨ ਜਿਹੜੀ ਹੈ ਇਹਦੀ ਆਈਡੀਆ ਲੱਗ ਜਾਣਾ ਆ। ਫਿਰ ਅਸੀਂ ਥਰਡ ਸੈਂਟੈਂਸ ਜਿਹੜਾ ਯਾਦ ਰੱਖਣਾ ਆ ਉਹ ਹੈਗਾ ਆ ਪੁੱਟ ਐਕਲੇਅਰਸ ਔਨ ਮਾਈ ਪਲੇਟ ਪਲੀਜ਼ ਹੈਰੀ, ਤੁਸੀਂ ਐਕਲੇਅਰਸ ਦੀ ਜਗ੍ਹਾ ਐਗ ਕਰ ਦਿਓ, ਹੈ ਨਾ। ਪੀ ਪੈਲੀਓਸਿਨ, ਇਕਲੇਅਰਸ ਈਓਸਿਨ, ਔਨ ਓਲੀਗੋਸਿਨ, ਮਾਇਓਸਿਨ, ਪਲੇਟ ਪਲਾਇਓਸਿਨ, ਦੈਨ ਪਲੀਜ਼ ਪਲੇਸਟੋਸਿਨ, ਹੈਰੀ ਹੋਲੋਸਿਨ। ਤਾਂ ਬੇਟਾ ਇਹ ਸਾਰੇ ਜਿਹੜੇ ਆ ਫਨੀ ਵੇ ਨਾਲ ਤੁਹਾਡਾ ਜਿਓਲੋਜੀਕਲ ਟਾਈਮ ਟੇਬਲ ਆ ਜਿਹੜਾ ਜਿਓਲੋਜੀਕਲ ਟਾਈਮ ਸਕੇਲ ਆ ਜਿਹੜਾ ਉਹ ਲਰਨ ਹੋ ਜਾਣਾ। ਵਿਦ ਦਿਸ ਵੀ ਹੈਵ ਕੰਪਲੀਟਡ ਦਿਸ ਚੈਪਟਰ। ਹੁਣ ਨੈਕਸਟ ਅਸੀਂ ਅਗਲਾ ਚੈਪਟਰ ਜਿਹੜਾ ਆ ਉਹ ਸਟਾਰਟ ਕਰਾਂਗੇ। ਮੈਂ ਤੁਹਾਨੂੰ ਬੁੱਕ ਦੇ ਵੀ ਪਿਕਚਰਸ ਭੇਜ ਦਊਂਗੀ, ਪੇਜਸ ਦੀ ਫੋਟੋਕਾਪੀ। ਇਸ ਤਰੀਕੇ ਨਾਲ ਤੁਸੀਂ ਯਾਦ ਕਰਕੇ ਬੁੱਕ ਦਾ ਉਹ 'ਚੋਂ ਪੜ੍ਹ ਲਿਓ ਅਤੇ ਤੁਹਾਡੇ ਕੁਐਸਚਨਸ ਜਿਹੜੇ ਆ ਉਹ ਸੋਲਵ ਹੋ ਜਾਣੇ ਆ। ਕੀਪ ਰਿਵਾਈਜ਼ਿੰਗ, ਨਹੀਂ ਕੁਝ ਸਮਝ ਆਇਆ ਦੁਬਾਰਾ ਪੁੱਛ ਲਿਓ। ਗੁੱਡ ਬਾਏ ਬੇਟਾ।